Like the video, subscribe to the channel and press the bell icon for latest video updates. ਦਰਸ਼ਕੋ, ਤੁਹਾਨੂੰ ਪਤਾ ਹੈਗਾ ਕਿਸਾਨੀ ਮੁੱਦੇ ਦਾ ਕੋਈ ਅੰਤ ਨਹੀਂ ਹੋ ਰਿਹਾ ਹੈਗਾ। ਹੁਣ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈਗੀ ਆ। ਸਾਰੀਆਂ ਇੰਡੀਆ ਲੈਵਲ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਗਈਆਂ ਅਤੇ ਇਹਨਾਂ ਨੇ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਹੀ ਆ। ਅਤੇ ਇਹਨਾਂ ਨਾਲ ਇਹ ਵੀ ਕਿਹਾ ਹੈਗਾ ਵੀ ਅਸੀਂ 5-6 ਮਹੀਨੇ ਦਾ ਟਰਾਲੀਆਂ ਭਰ ਕੇ ਰਾਸ਼ਨ ਵੀ ਲੈ ਕੇ ਜਾਵਾਂਗੇ। ਜਿੰਨੀ ਦੇਰ ਤਾਈਂ ਸਾਡਾ ਇਹ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਹੈਗਾ ਉਨੀ ਦੇਰ ਤਾਈਂ ਅਸੀਂ ਵਾਪਸ ਨਹੀਂ ਆਵਾਂਗੇ। ਸੋ ਕੇਂਦਰ ਸਰਕਾਰ ਨੂੰ ਇਹ ਬੇਨਤੀ ਹੈਗੀ ਜਾਂ ਵੱਖ-ਵੱਖ ਐਕਸਪਰਟ ਇਹ ਕਹਿੰਦੇ ਹੈਗੇ ਆ, ਬੜੀ ਜਲਦੀ ਜਿੰਨਾ ਜਲਦੀ ਹੋ ਸਕੇ ਇਹਨਾਂ ਕਿਸਾਨੀ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈਗਾ। ਪੰਜਾਬ ਦੇ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈਗਾ। ਇਸੇ ਸੰਬੰਧ ਵਿੱਚ ਅਸੀਂ ਨਿਰਮਲਜੀਤ ਸਿੰਘ ਚਤਰਥ ਜੋ ਕਿ ਰਿਟਾਇਰਡ ਡਿਪਟੀ ਜਨਰਲ ਮੈਨੇਜਰ ਨੇ ਪੰਜਾਬ ਸਿੰਧ ਬੈਂਕ ਦੇ ਅਤੇ ਕਿਸਾਨੀ ਮੁੱਦਿਆਂ ਨਾਲ ਬਹੁਤ ਚੰਗੀ ਤਰ੍ਹਾਂ ਵਾਕਫ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕੀ ਕੀ ਆਪਸ਼ਨ ਦਿੱਤੀਆਂ ਇਸ ਮਸਲੇ ਦੇ ਹੱਲ ਲਈ, ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਸਭ ਤੋਂ ਪਹਿਲੇ ਤਾਂ ਮੈਂ ਸਾਰੇ ਆਪਣੇ ਦਰਸ਼ਕਾਂ ਦਾ ਸਵਾਗਤ ਕਰਦਾ ਜੀ। ਔਰ ਜਿੱਥੋਂ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਇਹਦੇ ਵਿੱਚ ਕੋਈ ਸੰਦੇਹ ਤਾਂ ਨਹੀਂ ਹੈ ਕਿ ਇਹ ਇੱਕ ਅਗਲੀ ਪੋਲਿਟਿਕਸ ਵੀ ਹੈ ਇਹਦੇ ਵਿੱਚ, ਔਰ ਰਾਜਨੀਤੀ ਦੇ ਵਿੱਚ ਦਾ ਖੇਲ ਜਿਹੜਾ ਉਹ ਬਿਲਕੁਲ ਹੋਰ ਪਾਸੇ ਨੂੰ ਤੁਰ ਪਿਆ। ਲੇਕਿਨ ਜੇ ਅਸੀਂ ਅਸਲੀਅਤ ਲਾਈਏ ਤਾਂ ਜਿਹੜੇ ਖੇਤੀ ਕਾਨੂੰਨ ਜਿਸ ਵੇਲੇ ਭਾਰਤ ਸਰਕਾਰ ਨੇ ਬਣਾਏ, ਜਦੋਂ ਕਿ ਕਰੋਨਾ ਦੀ ਮਹਾਮਾਰੀ ਦੇ ਥੱਲੇ ਔਰ ਉਸ ਤੋਂ ਪਹਿਲੇ ਅਜੇ ਅਸੀਂ ਡੀਮੋਨੇਟਾਈਜੇਸ਼ਨ ਜਿਹੜੀ 2016 ਚ ਹੋਈ ਔਰ ਉਸ ਤੋਂ ਬਾਅਦ ਭਾਰਤ ਸਾਹਿਬ ਜਿਹੜਾ GST ਦੀ ਇੰਪਲੀਮੈਂਟੇਸ਼ਨ ਹੋਈ, ਅਜੇ ਉਹ ਜਿਹੜੇ ਮੁੱਦੇ ਸੀ ਉਹ ਉਹਨਾਂ ਨਾਲ ਇਕੋਨਮੀ ਜਿਹੜੀ ਆ ਉਹ ਅਜੇ ਆਪਣੇ ਦੁਬਾਰਾ ਲੈਵਲ ਤੇ ਨਹੀਂ ਸੀ ਆਈ। ਲੇਕਿਨ ਉਹਦੇ ਵਿੱਚ ਹੀ ਇੱਕ ਐਡੀ ਮਹਾਮਾਰੀ ਜਿਹੜੀ ਕਰੋਨਾ ਮਹਾਮਾਰੀ ਆ ਉਹ ਆ ਗਈ। ਔਰ ਜਦੋਂ ਅਸੀਂ ਉਸ ਬਿਮਾਰੀ ਦੇ ਨਾਲ ਔਰ ਸਾਰੀ ਹਿੰਦੁਸਤਾਨ ਤੇ ਕੀ ਸਾਰੀ ਦੁਨੀਆ ਜੂਝ ਰਹੀ ਹੈ, ਔਰ ਪਤਾ ਨਹੀਂ ਕਿ ਸਾਡੀ ਸਰਕਾਰ ਨੂੰ ਕੀ ਨਜ਼ਰ ਆਇਆ ਉਸ ਵੇਲੇ ਕਿ ਤੁਰੰਤ ਉਹ ਜਿਹੜੇ ਐਗਰੀਕਲਚਰ ਦੇ ਬਿੱਲ ਜਿਹੜੇ ਆ ਉਹ ਕੰਟਰੋਵਰਸ਼ਲ ਬਿੱਲ, ਜਿਨ੍ਹਾਂ ਨੂੰ ਅੱਜ ਤੱਕ ਕਾਲੇ ਕਾਨੂੰਨ ਕਈ ਤਰ੍ਹਾਂ ਨਾਲ ਸੰਬੋਧਨ ਕੀਤਾ ਜਾ ਰਿਹਾ, ਉਹ ਲਿਆ ਕੇ ਤੇ ਉਹ ਇੱਕ ਚੰਜਲ ਜਿਹਾ ਪਾਤਾ, ਭੰਬਲ ਪੂਸੇ ਸਾਰਿਆਂ ਨੂੰ ਪਾਤਾ ਔਰ ਇੱਕ ਆਰਡੀਨੈਂਸ ਲਿਆ ਕੇ ਉਸ ਤੋਂ ਬਾਅਦ ਤੁਰੰਤ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਪਾਸ ਕਰਾ ਕੇ ਜੋ ਹੈ ਉਹ ਸਾਰਿਆਂ ਦੇ ਸਾਹਮਣੇ ਆ। ਲੇਕਿਨ ਇਹ ਜਿਹੜੀ ਗੱਲ ਹੈ ਭਾਰਤ ਸਾਹਿਬ ਜੀ, ਇਹ ਹੁਣ ਪੁਰਾਣੀ ਹੋ ਗਈ ਹੈ ਕਿ ਕਿਸ ਤਰੀਕੇ ਨਾਲ ਬਣਾਏ ਜਾਂ ਕੀ ਬਣੇ ਔਰ ਬਣ ਗਏ। ਉਸ ਤੋਂ ਬਾਅਦ ਜਿਨ੍ਹਾਂ ਵਾਸਤੇ ਬਣਾਏ ਔਰ ਖਾਸ ਕਰਕੇ ਪੰਜਾਬ ਹਰਿਆਣੇ ਦੇ ਜਿਹੜੇ ਫਾਰਮਰ ਹੈ ਉਹ ਇਸ ਚੀਜ਼ ਨੂੰ ਬੜੇ ਸੀਰੀਅਸਲੀ ਲੈ ਰਿਹਾ ਕਿ ਇਹ ਉਹਨਾਂ ਦੇ ਹਿੱਤ ਵਿੱਚ ਨਹੀਂ ਹੈ। ਉਹਨਾਂ ਨੇ 25 ਸਤੰਬਰ ਤੋਂ ਤਕਰੀਬਨ ਲਗਾਤਾਰ ਜਿਹੜਾ ਉਹਨਾਂ ਦਾ ਵਿਰੋਧ ਚੱਲ ਰਿਹਾ ਹੈ ਔਰ ਉਦੋਂ ਤੋਂ ਹੀ ਜਾਂ 1-2 ਦਿਨ ਬਾਅਦ ਤੋਂ ਜਿਹੜੀਆਂ ਟ੍ਰੇਨਾਂ ਜਿਹੜੀਆਂ ਉਹਨਾਂ ਦੀ ਮੂਵਮੈਂਟ ਜਿਹੜੀ ਆ ਪੰਜਾਬ ਦੇ ਵਿੱਚ ਟੋਟਲੀ ਬੰਦ ਹੈ। ਇਕਨੋਮਿਕ ਬਲੌਕੇਡ ਪੰਜਾਬ ਦਾ ਪੂਰੀ ਤਰ੍ਹਾਂ ਹੋਇਆ ਔਰ ਇੱਕ ਐਸਟੀਮੇਟ ਹੈ ਕਿ 30,000 ਕਰੋੜ ਦੇ ਕਰੀਬ ਦਾ ਲਾਸ ਜਿਹੜਾ ਹੈ ਉਹ ਇਸ ਕਰਕੇ ਹੋ ਚੁੱਕਾ ਹੈ। ਔਰ ਤਕਰੀਬਨ 15 ਨਵੰਬਰ ਨੂੰ ਰੇਲਵੇ ਨੇ ਆਪਣੀ ਇੱਕ ਸਟੇਟਮੈਂਟ ਦਿੱਤੀ ਹੈ ਕਿ 1670 ਕਰੋੜ ਰੁਪਇਆ ਉਹਨਾਂ ਨੂੰ ਫਰੇਟ ਦੇ ਵਿੱਚ ਲਾਸ ਹੋ ਗਿਆ ਇਸ ਤਰ੍ਹਾਂ ਕਰਕੇ। ਔਰ ਜਦੋਂ ਏਡਾ ਵੱਡਾ ਇਕਨੋਮਿਕ ਇਹ ਡਿਸਾਸਟਰ ਜਾਂ ਇਕਨੋਮਿਕ ਲਾਸ ਹੋ ਰਿਹਾ ਹੈ ਤੇ ਇਹ ਪੋਲਿਟਿਕਸ ਤਾਂ ਹੈ ਕਿ ਦੇਖੋ ਅਸੀਂ ਕਿਸਾਨ ਜਿਹੜੇ ਆ ਉਹ ਕਿਸੇ ਮੁੱਦੇ ਦੇ ਉੱਪਰ ਖੜੇ ਨੇ ਔਰ ਇਹ ਯੂਨੀਸਨ ਖੜੇ ਆ ਬਿਲਕੁਲ ਇਕੱਠੇ ਹੋ ਕੇ, ਔਰ ਅਸੀਂ ਉਹਨਾਂ ਦੇ ਗੱਲਾਂ ਨੂੰ ਸੁਣਨ ਦੀ ਬਜਾਏ ਆਪਣੇ ਇੱਕੋ ਹੀ ਲੈਵਲ ਤੇ ਐਡਾਮੈਂਟ ਆ ਔਰ ਉਹਨਾਂ ਦੀ ਗੱਲ ਨੂੰ ਇੱਕ ਖੇਲ ਬਣਾ ਲਿਆ ਕਿ ਕਦੀ ਉਹਨਾਂ ਨੂੰ ਦਿੱਲੀ ਬਣਾ ਲੈਣੇ ਆ, ਫਿਰ ਵਾਪਸ ਭੇਜ ਦਿੰਦੇ ਆ, ਫਿਰ ਵਿਚਾਰ ਕਰਾਂਗੇ। ਔਰ ਇੱਥੋਂ ਤੱਕ ਕਿ ਉਹਨਾਂ ਨੂੰ ਮੈਂ ਜੇ ਨਾਮ ਵੀ ਲੈ ਦਿਆਂ ਤਾਂ ਬੀਜੇਪੀ ਦੇ ਪ੍ਰਧਾਨ ਜਿਹੜੇ ਨੈਸ਼ਨਲ ਪ੍ਰਧਾਨ ਆ ਨੱਡਾ ਸਾਹਿਬ, ਉਹ ਆਤੰਕਵਾਦੀ ਕਹਿ ਦਿੰਦੇ ਆ, ਤਰੁਣ ਚੁੱਗ ਜੀ ਕਈ ਕੁਝ ਕਹੀ ਜਾਂਦੇ ਆ। ਉਹ ਗੱਲਾਂ ਜਿਹੜੀਆਂ ਉਹ ਅਗਰ ਕੋਈ ਕਿਸੇ ਮਸਲੇ ਨੂੰ ਹੱਲ ਕਰਨਾ ਹੋਵੇ ਤਾਂ ਇਹ ਗੱਲਾਂ ਜਿਹੜੀਆਂ ਉਹ ਸ਼ੋਭਦੀਆਂ ਨਹੀਂ ਹੈ। ਔਰ ਉਹ ਗੱਲਾਂ ਜਿਹੜੀਆਂ ਉਹਦੇ ਨਾਲ ਕੀ ਹੁੰਦਾ ਕਿ ਬਿਟਰਨੈਸ ਵੱਧਦੀ ਹੈ
ਔਰ ਜਿਹੜੀ ਗੱਲ ਨੂੰ ਅਸੀਂ ਅੱਗੇ ਆਉਣਾ ਹੁੰਦਾ, ਇੱਕ ਦੂਜੇ ਦੇ ਨੇੜੇ ਆਉਣਾ ਹੁੰਦਾ, ਉਹ ਗੱਲ ਜਿਹੜੀ ਆ ਉਹਦੇ ਤੋਂ ਅਸੀਂ ਦੂਰ ਹੋ ਜਾਂਦੇ ਆ। ਔਰ ਜਿਹਨੂੰ ਅਸੀਂ ਕਹਿੰਦੇ ਆ ਕਿ ਗੰਦੀ ਰਾਜਨੀਤੀ ਜਿਹੜੀ ਆ ਉਹ ਵਿੱਚ ਪਲੇ ਕਰ ਜਾਂਦੀ ਆ। ਹਰ ਇੱਕ ਨੂੰ ਆਪਣਾ ਮਫਾਦ ਆ ਗਿਆ, ਇਲੈਕਸ਼ਨਾਂ ਨੂੰ ਮੂਹਰੇ ਰੱਖ ਕੇ ਪਤਾ ਨਹੀਂ ਸਾਰਾ ਕੁਝ ਦੇਖੀ ਜਾ ਰਿਹਾ। ਜਦੋਂ ਇਕਨੋਮਿਕਸ ਦਾ ਸਵਾਲ ਆਉਂਦਾ, ਇਕਨੋਮੀ ਦਾ ਸਵਾਲ ਆਉਂਦਾ, ਉਸ ਵੇਲੇ ਇਹ ਗੱਲਾਂ ਜਿਹੜੀਆਂ ਸਾਰੀਆਂ ਪਾਸੇ ਹੋ ਜਾਣੀਆਂ ਚਾਹੀਦੀਆਂ। ਉਸ ਵੇਲੇ ਇਹੋ ਜਿਹਾ ਮਸਲਾ ਜਿਹੜਾ ਨਹੀਂ ਹੋਣਾ ਚਾਹੀਦਾ। ਇਕਨੋਮਿਕਸ ਤੇ ਬਾਅਦ ਚ ਆਉਣੇ। ਇੱਕ ਹੋਰ ਉਸ ਮੈਂਬਰ ਨੇ ਮੈਨੂੰ ਦੱਸਿਆ, ਕਹਿੰਦਾ ਵੀ ਮੰਤਰੀਆਂ ਦਾ ਥਰੂਆਊਟ ਦਾ ਮੀਟਿੰਗ ਜ਼ੋਰ ਸੀ ਵੀ ਤੁਸੀਂ ਪੈਸੇਂਜਰ ਗੱਡੀਆਂ ਵੀ ਉਹਨਾਂ ਨੂੰ ਮੈਸੇਜ ਦਿਓ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਮਾਲ ਢੋਣ ਵਾਲੀਆਂ ਉਹਨਾਂ ਨੂੰ ਵੀ ਦਿਓ ਵੀ ਜੇ ਇਹੋ ਕਿਸਾਨ ਐਗਰੀ ਕਰ ਜਾਂਦੇ ਫਿਰ ਐਜੀਟੇਸ਼ਨ ਤਾਂ ਆਟੋਮੈਟਿਕਲੀ ਖਤਮ ਸੀ। ਇਹਦੇ ਬਾਰੇ ਕੀ ਵਿਚਾਰ ਹੈਗਾ? ਦੇਖੋ ਭਾਰਤ ਸਾਹਿਬ, ਮੈਂ ਬੜਾ ਸਪਸ਼ਟ ਤੌਰ ਤੇ ਇੱਥੇ ਕਹਿਣਾ ਚਾਹਨਾ ਕਿ ਜਿਹੜਾ ਗੱਡੀਆਂ ਦਾ ਰੁਕਣਾ ਜਿਹੜਾ ਉਹ ਇੱਕ ਬਹੁਤ ਮੰਦਭਾਗਾ ਹੈ, ਕਿਉਂਕਿ ਇਹ ਇੱਕ ਚੀਪੈਸਟ ਮੋਡ ਆਫ ਟਰਾਂਸਪੋਰਟੇਸ਼ਨ ਜਿਹੜਾ ਹੈਗਾ, ਜਿਹਦੇ ਥਰੂ ਮੈਨ ਐਂਡ ਮਟੀਰੀਅਲ ਦੋਨੋਂ ਆਣੇ ਔਰ ਜਾਣੇ ਹੈ। ਜੀ ਮੈਨ ਔਰ ਮਟੀਰੀਅਲ ਦੋਨੋਂ ਚੀਜ਼ਾਂ। ਦੇਖੋ ਸਰਹੱਦਾਂ ਤੇ ਅਗਰ ਮੂਵਮੈਂਟ ਹੋਣੀ ਆ ਸੋਲਜਰਸ ਦੀ, ਔਰ ਉਹ ਵੀ ਇਹਨਾਂ ਦੇ ਟ੍ਰੇਨਾਂ ਦੇ ਥਰੂ ਹੋਣੀ ਆ। ਔਰ ਜਿਹੜਾ ਸਾਡੇ ਕੋਲ ਜਿਹੜਾ ਅਨਾਜ ਪੈਦਾ ਹੋਇਆ ਉਹਨੇ ਵੀ ਜਾਣਾ। ਔਰ ਫਿਰ ਸਾਡੇ ਕੋਲ ਜਿਹੜੇ ਕੋਲੇ ਦੀ ਘਾਟ ਹੈ, ਜਿਹੜੇ ਥਰਮਲ ਪਲਾਂਟ ਬੰਦ ਹੈ, ਕੋਲਾ ਵੀ ਬਾਹਰੋਂ ਆਣਾ ਹੈ। ਔਰ ਜਿਹੜੀਆਂ ਹੋਰ ਸਾਡੇ ਕੋਲ ਖਾਦਾਂ ਜਿਹੜੀਆਂ ਉਹ ਵੀ ਬਾਹਰੋਂ ਆਣੀਆਂ। ਫਸਲ ਉਗਾਈ ਦਾ ਸਮਾਂ ਹੈ। ਔਰ ਇਹ ਮੈਂ ਪਹਿਲੀ ਗੱਲ ਤਾਂ ਹੈ ਕਿ ਇਹ ਜਿਹੜੀ ਮੂਵਮੈਂਟ ਹੈ ਇਹ ਮੰਦਭਾਗੀ ਗੱਲ ਹੈ। ਲੇਕਿਨ ਜਦੋਂ ਹੁਣ ਇਹ ਇਸ਼ੂ ਬਣ ਗਿਆ ਤਾਂ ਇਹਨੂੰ ਤੁਰੰਤ ਹੱਲ ਕਰਨਾ ਚਾਹੀਦਾ ਸੀ, ਜਿਸ ਲੈਵਲ ਤੇ ਵੀ ਹੋਣਾ ਸੀ। ਭਾਰਤ ਸਰਕਾਰ ਨੇ ਇਸ ਨੂੰ ਕੋਈ ਸੀਰੀਅਸਲੀ ਨਹੀਂ ਲਿਆ। ਜਿਵੇਂ ਮੈਂ ਪਹਿਲੇ ਕਿਹਾ ਕਿ ਇੱਕ ਟੋਟਲ ਪੰਜਾਬ ਨੂੰ ਜਿਵੇਂ ਕਿ ਇੱਕ ਸਬਕ ਸਿਖਾਉਣਾ ਹੁੰਦਾ, ਉਹਦਾ ਟੋਟਲ ਇਕਨੋਮਿਕ ਬਲੌਕੇਡ ਕਰ ਦਿੱਤਾ ਹੈ। ਜਿਹੜਾ ਉਹਨਾਂ ਨੂੰ ਫਰੇਟ ਲਾਸ ਹੋ ਰਿਹਾ ਉਹਦੀ ਬਜਾਏ ਜਿਹੜਾ ਪੈਸੰਜਰ ਲਾਸ ਹੋ ਰਿਹਾ ਉਹਨੂੰ ਕਿਤੇ ਨਹੀਂ ਸੋਚਿਆ ਜਾਂਦਾ। ਔਰ ਜਿਹੜੀ ਗੱਲ ਆਪਾਂ ਕਹਿੰਦੇ ਆ ਕਿ ਇੱਕ ਚੀਜ਼ ਨੂੰ ਅਗਰ ਮੰਨ ਲੈਂਦੇ ਫਾਰਮਰ, ਚਲੋ ਮੰਨ ਲਓ ਕਹਿੰਦੇ ਕਿ ਦੋਨੋਂ ਚੀਜ਼ਾਂ ਚਲਾ ਦਿਓ, ਲੇਕਿਨ ਸਰਕਾਰ ਨੂੰ ਕੰਸੀਡ ਕਰਨ ਦੇ ਵਿੱਚ ਥੋੜੀ ਜਿਹੀ ਗੱਲ ਜਿਹੜੀ ਆ ਕਿ ਫਾਰਮਰ ਕੀ ਮੰਗ ਰਿਹਾ, ਕਿ ਛੋਟੀ ਉਹਨਾਂ ਦੀ ਡਿਮਾਂਡ ਹੈ ਕਿ ਤੁਸੀਂ ਇਹ ਕਾਨੂੰਨ ਜਿਹੜੇ ਬਣਾਏ ਆ ਉਹਨਾਂ ਦੇ ਵਿੱਚ ਜਿਹੜੀਆਂ ਸਾਡੇ ਖਦਸ਼ੇ ਆ, ਸਾਡੀਆਂ ਪ੍ਰੋਬਲਮ ਆ, ਸਾਡੇ ਇਸ਼ੂਜ਼ ਆ, ਉਹਨਾਂ ਨੂੰ ਵਿਚਾਰ ਕੇ ਇਹਨਾਂ ਦੇ ਵਿੱਚ ਸੋਧ ਕਰ ਦਿਓ ਜਾਂ ਇਹਨਾਂ ਨੂੰ ਹਾਲਟ ਕਰ ਲਓ ਬਿਲਕੁਲ। ਗਵਰਨਮੈਂਟ ਤਾਂ ਇੱਕ ਪਾਸੇ ਅੜੀ ਪਈ ਆ ਤੇ ਫਿਰ ਅਸੀਂ ਕਿਸਾਨਾਂ ਤੋਂ ਕੀ ਸੋਚ ਸਕਦੇ ਹਾਂ? ਕਿੱਦਾਂ ਜੇ ਪਿੱਛੇ ਹੋ ਜਾਂਦੇ ਤੇ ਉਹਨਾਂ ਦਾ ਤੇ ਸਾਰਾ ਜਿਹੜਾ ਮੂਵਮੈਂਟ ਆ ਉਹ ਇੰਨੇ ਦਿਨਾਂ ਤੋਂ ਜਿਹੜੇ ਤੜਪ ਰਿਹਾ ਉਸ ਸੜਕਾਂ ਤੇ ਬੈਠੇ ਆ, ਹੋਰ ਵਿਚਾਰੇ ਦੁਖੀ ਨੇ। ਉਹਨਾਂ ਦਾ ਅਸੀਂ ਹੋਰ ਚੀਜ਼ ਨੂੰ ਨਾ ਸੋਚੀਏ, ਉਹਨਾਂ ਦੀ ਵੀ ਤੇ ਆਪਾਂ ਇਮੋਸ਼ਨਲੀ ਅਗਰ ਆਪਾਂ ਉਹਨਾਂ ਦੇ ਬਾਰੇ ਸੋਚੀਏ ਤਾਂ ਇਹ ਕਿੱਡਾ ਉਹਨਾਂ ਵਾਸਤੇ ਵੀ ਇੱਕ ਮੁੱਦਾ ਬਣ ਗਿਆ ਹੋਇਆ ਕਿ ਉਹ ਕਿੱਥੇ ਜਾਣ। ਇੱਕ ਦੂਸਰਾ ਬਾਹਰਲੇ ਸੂਬਿਆਂ ਤੋਂ ਤੁਹਾਨੂੰ ਖਬਰਾਂ ਇਹ ਵੀ ਸੀ ਵੀ ਝੋਨਾ ਵੀ ਇੱਧਰ ਪੰਜਾਬ ਵਿੱਚ ਕਾਫੀ ਆਇਆ ਤੇ ਕਾਫੀ ਵਿਕਿਆ ਵੀ ਹੈਗਾ, ਹਾਲਾਂ ਹੈ ਵੀ ਉਹਨਾਂ ਉਹ ਅੱਛੀ ਕੁਆਲਿਟੀ ਦਾ ਨਹੀਂ ਹੈਗਾ, ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੈਗੇ? ਦੇਖੋ ਭਾਰਤ ਸਾਹਿਬ, ਇਹ ਬੜੀ ਸਾਫ਼ ਗੱਲ ਹੈ ਕਿ ਇਹ ਬੜੀ ਦੇਰ ਤੋਂ ਇਸ ਤਰ੍ਹਾਂ ਦੀ ਜਿਹੜੀ ਹੈ ਨਾ ਮੂਵਮੈਂਟ ਜਿਹੜੀ ਆ ਉਹ ਹੋ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਖਾਸ ਜਿਹੜੀ ਨਾ ਮੰਡੀ ਸਿਸਟਮ ਬੜਾ ਸਟਰੋਂਗ ਸੀ ਔਰ MSP ਜਿਹੜੀ ਇੱਥੇ ਪੂਰੀ ਇਨਫੋਰਸ ਹੋ ਰਹੀ ਸੀ, ਖਾਸ ਕਰਕੇ ਕਣਕ ਔਰ ਝੋਨੇ ਤੇ। ਤੇ ਜਿਹੜੇ ਨਾਲ ਦੇ ਸਾਡੇ ਸੂਬੇ ਜਿਵੇਂ UP ਆ, ਰਾਜਸਥਾਨ ਆ, ਉੱਥੇ ਇਹ ਪੂਰੀ ਤਰ੍ਹਾਂ MSP ਵਾਲਾ ਫਾਰਮੂਲਾ ਜਿਹੜਾ ਇਨਫੋਰਸ ਨਹੀਂ ਹੋ ਰਿਹਾ ਔਰ ਉੱਥੇ ਜਿਹੜੀ ਆ ਉਹ ਬਹੁਤ ਘੱਟ ਰੇਟ ਤੇ ਕਣਕ ਵੀ ਤੇ ਝੋਨਾ ਵੀ ਵਿਕ ਰਿਹਾ ਸੀ। ਖਾਸ ਕਰਕੇ ਅਸੀਂ ਝੋਨੇ ਦੀ ਗੱਲ ਕਰ ਰਹੇ ਹਾਂ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈ ਔਰ ਝੋਨਾ ਜਿਹੜਾ ਤਕਰੀਬਨ ਦੇਖੋ ਐਤਕਾਂ ਇੱਕ ਤੇ ਬੰਪਰ ਕ੍ਰੌਪ ਹੋਈ ਆ ਔਰ ਇੱਕ ਅਨੁਮਾਨ ਹੈ ਕਿ 197 ਲੱਖ ਮੀਟ੍ਰਿਕ ਟਨ ਜਿਹੜਾ ਉਹ ਝੋਨਾ ਖਰੀਦਿਆ ਜਾ ਚੁੱਕਾ ਹੈ ਪਿਛਲੇ 2-4 ਦਿਨਾਂ ਤੋਂ ਪਹਿਲੇ। ਔਰ 197 ਲੱਖ ਟਨ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਕੋਲ ਜੇ ਅਸੀਂ ਪਿਛਲੇ ਸਾਲ ਦੀ ਜਿਹੜੀ ਪਦਾਇਸ਼ ਸੀ ਉਹ ਤੇ 10% ਦੀ ਇਨਕਰੀਜ਼ ਵੀ ਲਾ ਲਈਏ ਤੇ ਵੱਧ ਤੋਂ ਵੱਧ 170 ਲੱਖ ਟਨ ਜਿਹੜਾ ਨਾ
ਲੱਖ ਮੀਟ੍ਰਿਕ ਟਨ ਜਿਹੜਾ ਉਹ ਪੰਜਾਬ ਦੀ ਪੈਦਾਵਾਰ ਹੋਣੀ ਚਾਹੀਦੀ ਸੀ ਤੇ ਹਾਂਜੀ, 197 ਕਿੱਥੋਂ ਵਿਕ ਗਿਆ। ਇਹਦਾ ਹਾਂਜੀ। ਮਤਲਬ ਤਾਂ ਹੈ ਨਾ ਬੜਾ ਸਾਫ਼ ਕਿ ਉਹ 25-30 ਲੱਖ ਮੀਟ੍ਰਿਕ ਟਨ ਜਿਹੜਾ ਉਹ ਨਾਲ ਦੇ ਸੂਬਿਆਂ ਤੋਂ ਆਇਆ ਔਰ ਹਾਂਜੀ। ਉਹ ਸਾਡੇ ਵੀ ਕੁਝ ਵਪਾਰੀ ਨਾਲ ਮਿਲ ਜਾਂਦੇ ਆ, ਉਹਨਾਂ ਨੇ ਮਿਲੇ ਆ, ਲਿਆ ਮਿਲੇ ਆ। ਕੇ ਉਸੇ ਨੂੰ ਹੀ ਹਾਂਜੀ, ਲਿਆ ਕੇ ਆਪਣੀਆਂ ਬੁੱਕਸ ਦੇ ਵਿੱਚ ਥੋੜੀ ਬਹੁਤ ਹੇਰਾਫੇਰੀ ਕਰਕੇ ਔਰ ਉਹਨਾਂ ਨੂੰ ਇੱਥੇ ਦੇ ਫਾਰਮਰਾਂ ਦੇ ਨਾਲ ਵੇਚ ਕੇ ਵੱਧ ਮੁੱਲ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਬੰਗਲਿੰਗ ਥੋੜੀ ਬਹੁਤ ਹੋਈ ਆ। ਇਹ ਬਿਲਕੁਲ ਸਹੀ ਆ ਔਰ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਅਗਰ ਇਹਨੂੰ ਅਸੀਂ ਪੋਜ਼ਿਟਿਵਲੀ ਸੋਚੀਏ ਤੇ ਇਹਦਾ ਹਾਂਜੀ। ਮਤਲਬ ਹੈ ਕਿ ਐਮਐਸਪੀ ਦੀ ਕੋਈ ਵੈਲਿਊ ਹੈ, ਐਮਐਸਪੀ ਦਾ ਕੋਈ ਕਿਰਦਾਰ ਹੈ, ਐਮਐਸਪੀ ਦੀ ਕੋਈ ਅਹਿਮੀਅਤ ਆ। ਅਗਰ ਐਮਐਸਪੀ ਦੇ ਵਿੱਚ ਇੱਥੇ ਵਿਕ ਸਕਦਾ ਤੇ ਦੇਸ਼ ਵਿੱਚ ਵੀ ਲਾਗੂ ਕਰੋ ਐਮਐਸਪੀ। ਬਿਲਕੁਲ ਬਿਲਕੁਲ, ਠੀਕ ਠੀਕ ਠੀਕ। ਹਾਂਜੀ। ਅੱਛਾ, ਇੱਕ ਦੋ ਪੁਆਇੰਟ ਹੋਰ, ਸਿੱਧੂ ਸਾਹਿਬ ਨੂੰ ਕਦੀ ਕਦੀ ਜ਼ਿਆਦਾ ਫਿਰ ਗੁੱਸਾ ਆ ਜਾਂਦਾ, ਅਬਰਪਟਲੀ ਸਰਗਰਮ ਹੋ ਜਾਂਦੇ ਹੈਗੇ, ਨਹੀਂ ਤਾਂ ਫਿਰ ਹਾਈਬਰਨੇਸ਼ਨ 'ਚ ਚਲ ਜਾਂਦੇ ਹੈਗੇ ਆ। ਇਹ ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਗਏ ਹੈਗੇ ਆ, ਪੂਰਾ ਚੰਗੀ ਤਰ੍ਹਾਂ ਉਹਨਾਂ ਨੇ ਗੱਲਾਂ ਸੁਣੀਆਂ, ਜੱਫੀਆਂ ਵੀ ਪਾਈਆਂ, ਹੱਥ ਵੀ ਮਿਲਾਏ ਹੈਗੇ, ਹਾਲ ਚਾਲ ਵੀ ਪੁੱਛਿਆ ਹੈਗਾ। ਇਹ ਪੋਲੀਟੀਕਲ ਰਿਵਾਈਵਲ ਦਾ ਕੀ ਕਹਿਣਾ ਚਾਹੁੰਦੇ, ਕਿਸਾਨਾਂ ਲਈ ਹਮਦਰਦੀ ਆ ਜਾਂ ਕਿ ਆਪਣੀ ਪੋਲੀਟੀਕਲ ਰਿਵਾਈਵਲ ਬਾਰੇ ਸੋਚ ਰਹੇ ਹੈਗੇ, ਕੀ ਲੱਗਦਾ ਤੁਹਾਨੂੰ? ਦੇਖਿਓ ਜੀ, ਇਸ ਵੇਲੇ ਦੀ ਜਿਹੜੀ ਪੋਲਿਟਿਕਸ ਹੈ ਨਾ, ਹਾਂਜੀ, ਅਗਰ ਉਹਨੂੰ ਉਹ ਸਾਰੀ ਦੀ ਸਾਰੀ ਪੋਲਿਟਿਕਸ ਜਿਹੜੀ ਆ ਉਹ ਇਹਨਾਂ ਕਿਸਾਨ ਬਿੱਲਾਂ ਦੇ ਉੱਪਰ ਸੈਂਟਰਿਕ ਹੋਏਗੀ ਹਾਂਜੀ, ਔਰ ਸਾਰਾ ਕਿਸਾਨਾਂ ਦੇ ਮਸਲੇ ਤੇ ਆ। ਹਰ ਹਾਂਜੀ। ਪਾਰਟੀ ਜਿਹੜੀ ਆ, ਚਾਹੇ ਪੰਜਾਬ ਦੀਆਂ ਪਾਰਟੀਆਂ, ਚਾਹੇ ਬਾਹਰ ਦੀਆਂ ਪਾਰਟੀਆਂ ਜਿਹੜੀਆਂ, ਉਹ ਇਹਨੂੰ ਬੜਾ ਗੰਭੀਰਤਾ ਦੇ ਨਾਲ ਲੈ ਰਹੀਆਂ ਕਿ ਇਹ ਵੋਟ ਬੈਂਕ ਬਹੁਤ ਵੱਡਾ ਹੈ ਔਰ ਹਾਂਜੀ, ਕਿਸਾਨ ਜਿਹੜੇ ਵੋਟ ਬੈਂਕ ਸੀ ਉਹ ਪਹਿਲੇ ਪਰੰਪਰਾਗਤ ਸ਼੍ਰੋਮਣੀ ਅਕਾਲੀ ਦਲ ਦਾ ਸੀ ਜਾਂ ਕਾਂਗਰਸ ਦਾ ਸੀ ਵੋਟ ਬੈਂਕ। ਹਾਂਜੀ, ਹੁਣ ਇਹਨਾਂ ਨੂੰ ਤੇ ਹਰ ਇੱਕ ਨੇ ਆਪਣੇ ਨਾਲ ਅਟਰੈਕਟ ਕਰਨਾ ਹੀ ਆ, ਲੇਕਿਨ ਹਾਂਜੀ। ਹੁਣ ਇੱਕ ਸਾਡੇ ਵਿੱਚ ਨਵੀਂ ਜਿਹੜੀ ਪਾਰਟੀ ਬਹੁਤ ਇਸ ਵੇਲੇ ਨੈਸ਼ਨਲ ਪਾਰਟੀ ਆ ਜਿਹੜੀ, ਉਹ ਭਾਰਤੀ ਜਨਤਾ ਪਾਰਟੀ, ਉਹ ਵੀ ਪੰਜਾਬ ਦੇ ਵਿੱਚ ਪੂਰਾ ਆਪਣਾ ਜਿਹੜਾ ਨਾ ਉਹ ਐਂਟਰੀ ਜਿਹੜੀ ਆ ਉਹ ਜ਼ੋਰ ਸ਼ੋਰ ਨਾਲ ਕਰ ਰਹੀ ਆ। ਹਾਂਜੀ, ਇਸ ਵੇਲੇ ਸਾਰਿਆਂ ਦਾ ਇਸ਼ੂ ਤਾਂ ਹੈ ਕਿ ਪੋਲਰਾਈਜੇਸ਼ਨ ਆਫ ਵੋਟਸ ਕੀਤੀ ਜਾਵੇ, ਲੇਕਿਨ ਜਿੱਥੋਂ ਤੱਕ ਮੈਂ ਸਿੱਧੂ ਸਾਹਿਬ ਦੀ ਗੱਲ ਕਹਿਣਾ ਹੈ ਕਿ ਸਿੱਧੂ ਇੱਕ ਬਹੁਤ ਹੀ ਬੜਾ ਜੋਸ਼ੀਲਾ ਔਰ ਬੜਾ ਇੱਕ ਫਲੈਮਬਾਇੰਟ ਲੀਡਰ ਹੈ। ਹਾਂਜੀ, ਉਹਨੂੰ ਮੂਹਰੇ ਆ ਕੇ ਇਸ ਮੁੱਦੇ ਨੂੰ, ਕਿਸਾਨਾਂ ਦੇ ਨੂੰ ਹਮੇਸ਼ਾ ਚਰਚਾ ਦੇ ਵਿੱਚ ਰੱਖਣਾ ਚਾਹੀਦਾ ਹੈ ਔਰ ਕਿਉਂਕਿ ਉਹ ਇੱਕ ਐਸਾ ਰਾਜਨੀਤਾ ਹੈ ਜਿਹਨੂੰ ਮੈਂ ਅੱਗੇ ਵੀ ਤੁਹਾਡੇ ਨਾਲ ਕਦੀ ਚਰਚਾ ਕੀਤੀ ਸੀ ਕਿ ਉਹਨੂੰ ਮੂਹਰੇ ਆਉਣਾ ਚਾਹੀਦਾ। ਉਹਦੇ ਕੋਲ ਇਸ ਵੇਲੇ ਉਹ ਐਸੇ ਏਜ ਵੀ ਬੜੀ ਉਹਦੀ ਬੜੀ ਸੁਟੇਬਲ ਹੈ ਔਰ ਉਹ ਕਿਉਂਕਿ ਇਸ ਵੇਲੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਉਹ ਪਪੂਲਰ ਹੋਇਆ ਤੇ ਪੰਜਾਬ ਦੀ ਵੀ ਵਾਗਡੋਰ ਨੂੰ ਬੜੇ ਵਧੀਆ ਤਰੀਕੇ ਨਾਲ ਉਹ ਕਿਸੇ ਵੇਲੇ ਰੀਨਓਵਰ ਕਰ ਸਕਦਾ ਹੈ। ਦੇਖੋ, ਇਸ ਵੇਲੇ ਮਹਾਰਾਜ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ, ਲੇਕਿਨ ਮੈਂ ਕੁਝ ਕੱਲ ਪਰਸੋਂ ਤੋਂ ਬੜਾ ਨਿਰਾਸ਼ ਹੋਇਆ ਹਾਂ ਕਿ ਜਿਵੇਂ ਕੱਲ ਉਹਨਾਂ ਨੇ ਇੱਕ ਸਟੇਟਮੈਂਟ ਦੇ ਦਿੱਤੀ ਕਿ ਮੈਂ ਚੀਫ ਮਿਨਿਸਟਰ ਨੂੰ ਆਪਣੇ ਹੋਮ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਨੂੰ ਮਿਲਾਂਗਾ ਇਸ ਬਲੌਕੇਡ ਨੂੰ ਦੂਰ ਕਰਨ ਲਈ, ਔਰ ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਇਹ ਜਿਹੜਾ ਬਲੌਕੇਡ, ਜਿਹੜਾ ਇਕਨੋਮਿਕ ਬਲੌਕੇਡ ਸਾਡਾ ਔਰ ਗੱਡੀਆਂ ਦਾ ਜਿਹੜਾ, ਇਹਨੂੰ ਤੁਰੰਤ ਜਿਹੜਾ ਬੰਦ ਕੀਤਾ ਜਾਵੇ ਔਰ ਕਿਸਾਨਾਂ ਦਾ ਜਿਹੜਾ ਨਾ ਇਹਨੂੰ ਖੋਲਿਆ ਜਾਵੇ ਔਰ ਕਿਸਾਨਾਂ ਦਾ ਜਿਹੜਾ ਉਹ ਮਸਲੇ ਨੂੰ ਹੱਲ ਕੀਤਾ ਜਾਵੇ। ਤੇ ਇੰਨੇ ਦਿਨ 50-55 ਦਿਨ 60 ਦਿਨ ਹੋ ਗਏ ਆ, ਉਦੋਂ ਦੇ ਅਸੀਂ ਕਿਉਂ ਨਹੀਂ ਇਹਦੇ ਵਿੱਚ ਅੱਗੇ ਆ ਰਹੇ ਕਿ ਕਿਹੜੀ ਅਸੀਂ ਰਾਜਨੀਤੀ ਖੇਡ ਰਹੇ ਹਾਂ। ਤਾਂ ਮੈਂ ਇੱਥੇ ਸੁਭਾਵਿਕ ਹੀ ਆ ਮੇਰਾ ਇਹ ਕਹਿਣਾ ਕਿ ਸਿੱਧੂ ਸਾਹਿਬ ਨੂੰ ਜਿਹੜਾ ਕਿ ਬੜਾ ਸਾਨੂੰ ਇਸ ਵੇਲੇ ਇੱਕ ਇਤਿਹਾਸ ਦੀ ਕਿਰਨ ਨਜ਼ਰ ਆਉਂਦੀ ਹੈ, ਉਹਨੂੰ ਪੂਰੇ ਜੋਸ਼ ਦੇ ਨਾਲ ਆਉਣਾ ਚਾਹੀਦਾ ਹੈ ਔਰ ਉਹਨੂੰ ਕਿਤੇ ਵੀ ਹਾਈਬਰਨੇਸ਼ਨ ਦੇ ਵਿੱਚ ਨਹੀਂ ਜਾਣਾ ਚਾਹੀਦਾ। ਉਹਨੂੰ ਕਦੀ ਚੁੱਪ ਕਰਕੇ ਬਹਿ ਗਏ ਤੇ ਇੰਨੀ ਦੇਰ ਬੈਠੇ ਆ, ਕਿਉਂਕਿ ਜੇ ਅਸੀਂ ਪਬਲਿਕ ਚ ਵਿਚਰਾਂਗੇ, ਲੋਕਾਂ ਦੇ ਵਿੱਚ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਸਾਡੇ ਨਾਲ ਅਟੈਚਡ ਰਹਿਣਗੇ। ਇਹ ਜਿਹੜਾ ਇਹ ਇੱਕ ਬੜਾ ਉਹਨਾਂ ਵਾਸਤੇ ਜ਼ਰੂਰੀ ਆ ਔਰ ਉਹਨਾਂ ਨੂੰ ਪੂਰਾ ਮੂਹਰੇ ਆਉਣਾ ਚਾਹੀਦਾ ਹੈ। ਅੱਛਾ, ਅਗਲਾ ਪੁਆਇੰਟ ਹੈਗਾ ਇਹ ਕਿਸਾਨੀ ਸੰਘਰਸ਼ ਤੇ। ਇਹ ਹੁਣ ਕਿਸਾਨਾਂ ਨੇ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਅਸੀਂ 26 ਤੇ 27 ਨੂੰ ਨਵੰਬਰ ਨੂੰ ਦਿੱਲੀ ਫਿਰ
ਬੜੇ ਜੋਸ਼ ਨਾਲ ਅਸੀਂ ਜਾਵਾਂਗੇ। ਜੇ ਦਿੱਲੀ ਕੁਛ ਰੋਕਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਮਤਲਬ ਉਹ ਕਹਿੰਦੇ ਅਸੀਂ ਉਹ ਵੀ ਚੈਲੰਜ ਕਰਨੇ ਲਈ ਦੇਖਣ ਲਈ ਤਿਆਰ ਹੈ। ਇੱਕ ਪਾਸੇ ਦਿੱਲੀ ਵਿੱਚ ਕਰੋਨਾ ਬਹੁਤ ਜ਼ਿਆਦਾ ਫੈਲਿਆ ਹੈਗਾ। ਹਾਂਜੀ ਹਾਂ, ਇਸ ਵੇਲੇ ਕੱਲ੍ਹ ਦੀਆਂ ਮੈਂ ਰਿਪੋਰਟਸ ਦੇਖ ਰਿਹਾ ਸੀ ਵੀ ਉਹ ਜਿਹੜੇ ਡੈੱਡ ਬੋਡੀਜ਼ ਦੀ ਵੀ ਉਹਨਾਂ ਦੀ ਕ੍ਰਿਮੇਸ਼ਨ ਲਈ ਬਹੁਤ ਬਹੁਤ ਦੇਰ ਵੇਟ ਕਰਨੀ ਪੈਂਦੀ ਹੈਗੀ ਆ। ਤੇ ਇਹ ਜਿਹੜਾ 26-27 ਦਾ ਟਾਈਮ ਇਹਨਾਂ ਨੇ ਚੁਣਿਆ ਹੈਗਾ ਕਰੋਨਾ ਦੇ ਮੱਦੇਨਜ਼ਰ, ਇਹ ਸੁਟੇਬਲ ਲੱਗਦਾ ਤੁਹਾਨੂੰ ਜਾਂ ਇਹਦੇ ਵਿੱਚ ਕਿਸਾਨਾਂ ਨੂੰ ਕੁਛ ਇਹਦੇ ਬਾਰੇ ਰੀਥਿੰਕਿੰਗ ਕਰਨੀ ਚਾਹੀਦੀ? ਦੇਖੋ ਇਸ ਤਰ੍ਹਾਂ ਭਾਰਤ ਸਾਹਿਬ ਕਿ ਜਿਹੜਾ ਕੋਰੋਨਾ ਦਾ ਜਿਹੜਾ ਕੇਸ ਹੈ ਉਹ ਤਾਂ ਬਹੁਤ ਸੀਰੀਅਸ ਆ ਔਰ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਸਾਨੂੰ ਬੜਾ ਹੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਸਾਰਿਆਂ ਨੂੰ। ਹਾਂਜੀ ਔਰ ਖਾਸ ਕਰਕੇ ਜਿਹੜੀ ਸਾਡੀ ਸਰਕਾਰ ਹੈ ਉਸ ਨੂੰ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਦਿੱਲੀ ਦੇ ਹਾਲਾਤ ਬਹੁਤ ਖਰਾਬ ਹੈ, ਉਹਦੇ ਆਸ-ਪਾਸ ਦੇ ਵੀ। ਈਵਨ ਪੰਜਾਬ ਦੇ ਕਿਹੜੇ ਹਾਲਾਤ ਠੀਕ ਹੈ ਜੀ, ਪੰਜਾਬ ਦੇ ਵਿੱਚ ਵੀ ਕੋਰੋਨਾ ਬਹੁਤ ਫੈਲ ਰਿਹਾ ਹੈ। ਹਾਂਜੀ ਹਾਂਜੀ। ਔਰ ਲੇਕਿਨ ਸਾਨੂੰ ਜਿੱਥੋਂ ਤੱਕ ਕਰੋਨਾ ਦਾ ਸਵਾਲ ਹੈ ਉੱਥੇ ਤੇ ਸਾਨੂੰ ਸਾਰਾ ਨੋਰਮ ਜਿਹੜੇ ਆ ਉਹਨਾਂ ਨੂੰ ਮੰਨਣਾ ਜਿਹੜਾ ਉਹ ਸਾਡੀ ਨੈਤਿਕ ਜ਼ਿੰਮੇਵਾਰੀ ਆ ਸਾਰਿਆਂ ਦੀ। ਔਰ ਚਾਹੇ ਸਾਡੇ ਕਿਸਾਨ ਵੀਰ ਆ, ਚਾਹੇ ਬਾਕੀ ਆ, ਹੋਰ ਵੀ ਆ। ਲੇਕਿਨ ਜਿੱਥੇ ਉਹਨਾਂ ਦਾ ਕਿਸਾਨ ਵੀਰਾਂ ਦਾ ਆਪਣੀ ਜਿਹੜੀ ਕਿਸਾਨੀ ਦੀ ਐਗਜ਼ਿਸਟੈਂਸ ਦਾ ਸਵਾਲ ਹੈ ਉਹ ਕਿੱਧਰ ਜਾਣ? ਉਹਨਾਂ ਨੇ ਜੇ 25-26 ਦੀ ਜਾਂ 26-27 ਦੀ ਕਾਲ ਦਿੱਤੀ ਹੈ ਤੇ ਗਵਰਨਮੈਂਟ ਕੋਲ ਇੰਨੇ ਦਿਨਾਂ ਦੀ ਉਹਨਾਂ ਨੇ ਗੱਲ ਕਹੀ ਹੀ ਆ, ਉਹ ਸਾਡੇ ਕੋਲ ਸਫੀਸ਼ੀਐਂਟ ਟਾਈਮ ਆ। ਅਸੀਂ ਕਿਉਂ ਨਹੀਂ ਉਹਨਾਂ ਦੇ ਨਾਲ ਡਾਇਲੌਗ ਸ਼ੁਰੂ ਕਰਦੇ? ਕਿਉਂ ਨਹੀਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਮੰਗਾਂ ਦੇ ਵਿੱਚ ਜਿਹੜੀ ਛੋਟੀ ਜੀ ਤਰਮੀਮ ਉਹ ਮੰਗ ਰਹੇ ਆ, ਜਾਂ ਮੈਂ ਛੋਟੀ ਕਹਾਂ ਜਾਂ ਗਵਰਨਮੈਂਟ ਵਾਸਤੇ ਤਾਂ ਬਹੁਤ ਵੱਡੀ ਆ, ਕਿਉਂਕਿ ਉਹਨਾਂ ਨੇ ਕਾਨੂੰਨ ਹੀ ਜਿਹੜੇ ਆ ਉਹ ਹੋਰ ਮਨਸ਼ਾ ਦੇ ਨਾਲ ਬਣਾਏ ਆ, ਤੇ ਉਹਦੇ ਵਿੱਚ ਉਹ ਚੇਂਜ ਕਿੱਦਾਂ ਲੈ ਆਉਣ? ਅਗਰ ਉਹ ਲੈ ਆਉਂਦੇ ਤਾਂ ਵਰਚੁਅਲੀ ਉਹਨਾਂ ਦੇ ਕਾਨੂੰਨ ਜਿਹੜੇ ਉਹ ਨਾਲ ਹੋ ਜਾਂਦੇ, ਉਹ ਖਤਮ ਹੀ ਹੋ ਜਾਂਦੇ ਆ ਬਿਲਕੁਲ ਜੋ ਕਿਸਾਨ ਮੰਗ ਰਿਹਾ। ਇਸੇ ਕਰਕੇ ਸੈਂਟਰਲ ਗਵਰਨਮੈਂਟ ਵੀ ਅੜੀ ਬੈਠੀ ਆ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦੀ। 2-3 ਵਾਰ ਉਹ ਜਿਹੜੇ ਦਿੱਲੀ ਜਾ ਆਏ ਆ, ਉੱਥੇ ਵੀ ਲੋਲੀਪੌਪ ਦੇ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ। ਹੁਣ ਜੇ ਉਹਨਾਂ ਨੇ ਕਾਲ ਦਿੱਤੀ ਆ ਤੇ ਕਿਸਾਨ ਤੇ ਉਹਦੇ ਤੇ ਐਡਾਮੈਂਟ ਹੈ। ਪਰ ਕਿਸਾਨ ਜਿਹੜਾ ਨਾ ਉਹ ਪਹਿਲੇ ਵੀ ਖੇਤਾਂ ਦੇ ਵਿੱਚ ਜੂਝ ਰਿਹਾ, ਜਾਂ ਦੂਜੇ ਪਾਸੇ ਵੱਲ ਰੇਲ ਗੱਡੀਆਂ ਪਲੇਟਫਾਰਮਾਂ ਤੇ ਉਹਨਾਂ ਦੀਆਂ ਰੇਲ ਲਾਈਨ ਤੇ ਜੂਝ ਰਿਹਾ, ਜਾਂ ਹੋਰ ਜਗ੍ਹਾ ਦੇ ਉੱਪਰ ਉਹ ਬੈਠਾ ਹੈ ਕਿ ਆਪਣੀ ਸਾਡੀ ਮੰਗ ਨੂੰ ਸੁਣੋ, ਸਾਡੇ ਦਰਦ ਨੂੰ ਸੁਣੋ। ਜੇ ਉਹਨਾਂ ਦੇ ਦਰਦ ਨੂੰ ਕੋਈ ਸੁਣਦਾ ਹੀ ਨਹੀਂ ਤੇ ਉਹ ਕਿਹੜੇ ਪਾਸੇ ਜਾਣ? ਉਹਨਾਂ ਵਾਸਤੇ ਕੋਈ ਵਿਕਲਪ ਹੈ ਹੀ ਨਹੀਂ ਹੈ। ਉਹਨਾਂ ਦਾ ਉੱਥੇ ਜਾਣਾ ਜਿਹੜਾ ਉਹ ਠੀਕ ਹੈ, ਅਗਰ ਗਵਰਨਮੈਂਟ ਥੋੜੀ ਜਿਹੀ ਪਹਿਲ ਕਰੇ, ਗਵਰਨਮੈਂਟ ਨੂੰ ਮੈਗਨੈਨਿਮਿਟੀ ਦਿਖਾਣੀ ਚਾਹੀਦੀ ਹੈ, ਖੁੱਲਾ ਦਿਲ ਦਿਖਾਣਾ ਚਾਹੀਦਾ ਹੈ। ਉਹ ਇਹ ਕਿਤੇ ਬਾਹਰ ਦੇ ਥੋੜੋ ਹੈ, ਇਹ ਆਪਣੀ ਮੁਲਕ ਦੇ ਆਪਣੇ ਅੰਨਦਾਤਾ, ਆਪਣੇ ਉਹ ਬੰਦੇ ਆ ਜਿਨ੍ਹਾਂ ਦੇ ਨਾਲ ਬੈਠ ਕੇ ਤੁਸੀਂ ਔਰ ਉਹਨਾਂ ਨੂੰ ਹਰ ਗੱਲ ਤੇ ਕਨਵਿੰਸ ਉਹਨਾਂ ਨੂੰ ਨਹੀਂ ਕਰੀ ਜਾਓ, ਉਹਨਾਂ ਤੋਂ ਵੀ ਕਿਤੋਂ ਕਨਵਿੰਸ ਹੋਵੋ। ਔਰ ਇਹ ਗੱਲ ਜਿਹੜੀ ਆ ਉਹ ਮੈਂ ਇਸ ਪਾਸੇ ਲੈਣਾ ਕਿ ਇਹਨਾਂ ਦਾ ਫਾਰਮਰ ਦਾ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਵਿਚਾਰ ਕਰ ਲੈਣਾ ਚਾਹੀਦਾ। ਲੇਕਿਨ ਇਹਦੇ ਵਾਸਤੇ ਜਿਹੜਾ ਉਹਦੇ ਵਾਸਤੇ ਪਹਿਲ ਕਦਮੀ ਜਿਹੜੀ ਆ ਉਹ ਸੈਂਟਰਲ ਗਵਰਨਮੈਂਟ ਨੂੰ ਕਰਨੀ ਚਾਹੀਦੀ ਆ ਕਿ ਬਈ ਭਾਈ ਇਹ ਇਸ਼ੂ ਆ, ਤੁਹਾਡੇ ਮਸਲੇ ਹੱਲ ਹੋ ਜਾਣਗੇ ਔਰ ਸਾਨੂੰ ਥੋੜਾ ਜਿਹਾ ਟਾਈਮ ਦਿਓ, ਕੁਝ ਦਿਓ। ਇਹ ਬਾਈ ਕਰਨ ਲਈ ਪਹਿਲ ਕਦਮੀ ਸਰਕਾਰ ਨੂੰ ਕਰਨੀ ਚਾਹੀਦੀ। ਇੱਕ ਦੋ ਕਿਸਾਨ ਲੀਡਰਾਂ ਨੇ ਮੈਨੂੰ ਇਹ ਵੀ ਖਦਸ਼ਾ ਜ਼ਾਹਰ ਕੀਤਾ, ਕਹਿੰਦੇ ਵੀ ਸਾਡੀ ਐਜੀਟੇਸ਼ਨ ਨੂੰ ਵੀਕ ਕਰਨ ਲਈ ਇਹ ਕੁਝ ਆਪਣੇ ਬੰਦਿਆਂ ਰਾਹੀਂ, ਕਿਉਂਕਿ ਇਹਨਾਂ ਜਿਹੜੀ ਟ੍ਰੇਡ ਯੂਨੀਅਨ ਜਿਹੜੀਆਂ ਕਿਸਾਨ ਯੂਨੀਅਨ ਇਹਨਾਂ ਵਿੱਚ ਵੀ ਕੁਝ ਜਿਹੜੇ ਤੁਹਾਨੂੰ ਪਤਾ ਹੈਗਾ ਜੋ ਸਰਕਾਰ ਪੱਖੀ ਵਿੱਚ ਅੰਦਰੋਂ ਖਾਤੇ ਗੱਲ ਚੱਲਦੀ ਰਹਿੰਦੀ, ਕੋਈ ਖਾਲਿਸਤਾਨ ਵਗੈਰਾ ਦੇ ਸਲੋਗਨ ਲਗਾ ਕੇ ਇਹਨੂੰ ਵੀਕ ਕੀਤਾ ਜਾ ਸਕਦਾ ਹੈਗਾ, ਜਾਂ ਫਿਰ ਕੁਝ ਵਾਇਲੈਂਸ ਕਰਾ ਕੇ ਇਹਨੂੰ ਵੀਕ ਕਰਕੇ ਇਹਨਾਂ ਤੇ ਕੁਝ ਨਾ ਕੋਈ ਐਕਸ਼ਨ ਲੈ ਕੇ, ਤਾਂ ਕਿ ਲੋਕਾਂ ਦੀ ਨਿਗਾਹ ਵਿੱਚ ਦੱਸੋ ਇਹ ਵਾਇਲੈਂਟ ਹੋ ਗਏ, ਜਾਂ ਇਹੋ ਜਿਵੇਂ ਤੁਸੀਂ ਪਹਿਲਾਂ ਕਿਹਾ ਇਹ ਵੱਖਵਾਦੀ ਅੱਤਵਾਦੀ ਸਲੋਗਨ ਦਿੰਦੇ ਹੈਗੇ। ਇਹਦੇ ਨਾਲ ਹੋਰ ਮਤਲਬ ਇੱਕ ਜਿਹੜਾ ਗੈਪ ਆ ਗਾਂ ਹੋਰ ਨਹੀਂ ਵਧਣ ਦੀ ਸੰਭਾਵਨਾ ਰਹਿੰਦੀ ਜੇ ਇਸ ਤਰਫ ਐਜੀਟੇਸ਼ਨ ਚੱਲ ਗਈ? ਪਾਰਸ ਸਾਹਿਬ ਇਹ ਬਹੁਤ ਹੀ ਤੁਸੀਂ ਗੱਲ ਜਿਹੜੀ ਆ ਸੈਂਸਿਟਿਵ ਗੱਲ ਕੀਤੀ ਹੈ। ਹਾਂਜੀ ਦੇਖੋ ਇਹ ਜਿਹੜਾ ਮਸਲਾ ਹੈ ਇਹ ਜਦੋਂ ਐਜੀਟੇਸ਼ਨ ਕੋਈ ਲੰਬੀ ਹੋ ਜਾਂਦੀ ਹੈ ਤਾਂ ਉਹਨੂੰ ਸੈਬੋਟੇਜ ਕਰਨ ਲਈ ਹਰ ਤਰ੍ਹਾਂ ਦਾ ਜਿਹੜਾ ਨਾ ਉਹ ਵਸੀਲੇ ਵਰਤੇ ਜਾਂਦੇ ਆ। ਹਾਂਜੀ ਹਾਂਜੀ ਹਾਂਜੀ।
ਔਰ ਇਹਦੇ ਵਿੱਚ ਕਿਉਂਕਿ ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੇ ਅਲਟੀਮੇਟਲੀ ਉਹਨਾਂ ਦੀ ਜਿਹੜੀ ਕਰੈਕਟ ਹਿਸਾਬ ਦਾ ਜਾਂ ਉਹਨਾਂ ਦੇ ਅੰਡਰਲਾਈਨ ਜਿਹੜਾ ਉਹਨਾਂ ਦੀ ਸਪਿਰਿਟ ਆ ਉਹ ਇੱਕ ਹਿੰਦੁਸਤਾਨ ਦੀ ਜਿਹੜੀ ਖਾਸ ਕਰਕੇ ਜਿਹੜੀ ਕਿਸਾਨੀ ਆ ਉਹਨੂੰ ਪਰਪਸ ਸੀ ਉਹਨੂੰ ਕਿ ਉਹਨੂੰ ਹੋਰ ਬੈਟਰ ਬਣਾਇਆ ਜਾਵੇ ਔਰ ਉਹਦੇ ਵਿੱਚ ਡਾਈਵਰਸਿਫਿਕੇਸ਼ਨ ਜਾਂ ਹੋਰ ਗੱਲਾਂ ਕੀਤੀਆਂ ਜਾਣ। ਲੇਕਿਨ ਉਹਦੀ ਬਜਾਏ ਅਸੀਂ ਇਹਨੂੰ ਨਾਲ ਜਿਹੜੀ ਗਵਰਨਮੈਂਟ ਦੀ ਪਰਚੇਸ ਸੀ ਗਵਰਨਮੈਂਟ ਵੀ ਵਿੱਚੋਂ ਨਿਕਲ ਕੇ ਤੇ ਇਹ ਫ੍ਰੀ ਜਿਹੜੀ ਆ ਨਾ ਮੰਡੀ ਬਣਾਉਣਾ ਚਾਹੁੰਦੀ ਆ ਕਿ ਜਿਹੜਾ ਮਰਜ਼ੀ ਆਣ ਕੇ ਕੋਈ ਖਰੀਦ ਲਵੇ। ਇਹ ਤੁਸੀਂ ਇਹਨਾਂ ਦਾ ਅੰਡਰਲਾਈਨ ਆਈਡੀਆ। ਲੇਕਿਨ ਹੁਣ ਉਹ ਜਿਹੜੇ ਕਾਰਪੋਰੇਟ ਜਿਨ੍ਹਾਂ ਨੇ ਤਿਆਰ ਕਰਕੇ ਜਿਹੜੇ ਜਾਂ ਜਿਨ੍ਹਾਂ ਨੇ ਇਹਨਾਂ ਨੇ ਕੁਝ ਸਾਲਾਂ ਤੋਂ ਤਿਆਰੀ ਇਸ ਮਸਲੇ 'ਚ ਕਰ ਰਿਹਾ ਆ ਉਹ ਹੋ ਸਕਦਾ ਹੈ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ਨੂੰ ਜਿਹੜਾ ਕਿ ਨਿਰੰਤਰ ਇੰਨੇ ਦੇਰ ਤੋਂ ਚੱਲ ਰਿਹਾ 50-60 ਦਿਨ ਤੋਂ ਜ਼ਿਆਦਾ ਹੋ ਗਿਆ ਹੁਣ ਲਗਾਤਾਰ ਔਰ ਉਹਦੇ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਲਾਲਚ ਜਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਉਹਨਾਂ ਨਾਲ ਖੇਡ ਕੇ ਜਾਂ ਉਹਨਾਂ ਦੇ ਵਿੱਚ ਕੋਈ ਇਨਫਿਲਟ੍ਰੇਸ਼ਨ ਜਿਸ ਤਰ੍ਹਾਂ ਦੀ ਤੁਸੀਂ ਕਹਿ ਰਹੇ ਹੋ ਕਿ ਸਟੀਵਿਜ਼ਮ ਦੀ ਜਾਂ ਕੋਈ ਹੋਰ ਜਿਹੜੀ ਕਹਾਣੀ ਆ ਉਹ ਇਧਰੋਂ ਬੰਦੇ ਪਰਚੇਜ਼ ਕਰਕੇ ਕਰਾਇਆ ਜਾਵੇ। ਲੇਕਿਨ ਜਿੱਥੋਂ ਤੱਕ ਮੈਂ ਸ਼ਾਬਾਸ਼ੀ ਦੇਵਾਂਗਾ ਫਾਰਮਰਜ਼ ਨੂੰ ਕਿ ਉਹ ਇੰਨੇ ਲੰਬੇ ਸੰਘਰਸ਼ ਦੇ ਵਿੱਚ ਜਿਹੜਾ ਤਕਰੀਬਨ 2 ਮਹੀਨੇ ਤੋਂ ਜ਼ਿਆਦਾ ਪੀਰੀਅਡ ਹੋ ਚੱਲਿਆ ਹੈ ਹੁਣ 2 ਮਹੀਨੇ ਦੇ ਕਰੀਬ ਉਹ ਬੜੇ ਸ਼ਾਂਤਮਈ ਔਰ ਬਹੁਤ ਹੀ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ 12 ਜਾਨਾਂ ਵੀ ਗਵਾ ਚੁੱਕੇ ਆ ਹਜੇ ਤੱਕ। ਦੇਖੋ 12 ਕਿਸਾਨ ਮਰ ਵੀ ਚੁੱਕੇ ਈਵਨ ਦੈਨ ਉਹ ਪੀਸਫੁਲੀ ਇਸ ਐਜੀਟੇਸ਼ਨ ਨੂੰ ਚਲਾ ਰਹੇ ਆ। ਤੇ ਕਿਆ ਲੋਕਤੰਤਰ ਦੇ ਵਿੱਚ ਸਾਡੀ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਕਿ ਅਸੀਂ ਉਹਨਾਂ ਦੀ ਗੱਲ ਨੂੰ ਸੁਣੀਏ ਔਰ ਉਹਨਾਂ ਦੇ ਖਦਸ਼ੇ ਦੂਰ ਕਰੀਏ ਔਰ ਉਹਨਾਂ ਦੇ ਅਗਰ ਕੋਈ ਫਾਇਦੇ ਦੀ ਗੱਲ ਹੈ ਤੇ ਉਹਨਾਂ ਨੂੰ ਮੰਨਣ ਦੇ ਵਿੱਚ ਗਵਰਨਮੈਂਟ ਨੂੰ ਕੋਈ ਨਹੀਂ ਕਰਨਾ ਚਾਹੀਦਾ ਬੱਚਾ ਕਿ ਇਹਦੇ ਬਜਾਏ ਕਿ ਉਹਨੂੰ ਨਾ ਉਹਨਾਂ ਦੀ ਮੂਵਮੈਂਟ ਨੂੰ ਫੇਲ ਕਰਕੇ ਜਾਂ ਕੋਈ ਕ੍ਰੈਡਿਟ ਲੈ ਲਵੇ। ਇਹ ਕੋਈ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਇਹ ਮੈਂ ਕਹਿੰਦਾ ਇਹਨੂੰ ਸ਼ੈਬੀ ਪੋਲਿਟਿਕਸ ਕਹੋ ਅਗਲੀ ਪੋਲਿਟਿਕਸ ਕਹੋ ਇਹ ਗੰਦੀ ਰਾਜਨੀਤੀ ਹੈ। ਇੱਕ ਇਹ ਨਾਲ ਹੀ ਜਿਹੜਾ ਸਵਾਲ ਹੈਗਾ ਕੁਝ ਕਿਸਾਨ ਇਹ ਵੀ ਕਹਿੰਦੇ ਸੀ ਸਾਡੇ ਪਾਕਿਸਤਾਨ ਨਾਲ ਤੁਹਾਨੂੰ ਪਤਾ ਜਿਹੜੇ 370 ਤੋਂ ਬਾਅਦ ਰਿਲੇਸ਼ਨ ਬੜੇ ਅਜੇ ਤਾਈਂ ਸਟ੍ਰੇਨਡ ਚੱਲੀ ਜਾ ਰਹੀ ਹੈਗੀ ਆ। ਚਲੋ ਕੰਟਰੀਆਂ ਵਿੱਚ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਰਹਿੰਦੇ ਹੈਗੇ ਰਿਜ਼ੋਲਵ ਵੀ ਹੁੰਦੇ ਰਹਿੰਦੇ ਹੈਗੇ ਆ। ਜੇ ਪਾਕਿਸਤਾਨ ਨਾਲ ਡਿਪਲੋਮੈਟਿਕ ਪੱਧਰ ਤੇ ਗੱਲ ਕਰਕੇ ਸਾਡੀਆਂ ਜਿਹੜੀਆਂ ਸਬਜ਼ੀਆਂ ਫਰੂਟ ਉਹ ਮੇਰੇ ਖਿਆਲ ਪਾਕਿਸਤਾਨ ਨੂੰ ਹੀ ਸਪਲਾਈ ਹੋਵੇ ਲਾਹੌਰ ਤਾਂ ਇੱਧਰ ਉਹ ਹੀ ਨਹੀਂ ਹੋਣਾ ਉਹਨਾਂ ਦੀਆਂ ਚੀਜ਼ਾਂ ਇੱਧਰੋਂ ਆ ਜਾਣ। ਇਹ ਇੱਕ ਚੈਨਲ ਨਹੀਂ ਖੁੱਲਣਾ ਚਾਹੀਦਾ ਇਹਦੇ ਤੇ ਇਨੀਸ਼ੀਏਟਿਵ ਲੈਣਾ ਚਾਹੀਦਾ ਹੈਗਾ। ਰਿਲੇਸ਼ਨ ਦਾ ਇੱਕ ਸਾਈਡ ਤੇ ਡਿਪਲੋਮੈਟਿਕ ਚੈਨਲ ਆਪਣੀ ਜਗ੍ਹਾ ਕੰਮ ਕਰਦੇ ਆ। ਇਸ ਤਰ੍ਹਾਂ ਦਾ ਜਿਹੜਾ ਟ੍ਰੇਡ ਡਿਵੈਲਪਮੈਂਟ ਇਹ ਆਪਣੀ ਜਗ੍ਹਾ ਚੱਲਦਾ ਰਹਿੰਦਾ ਹੈਗਾ। ਦੇਖੋ ਭਾਰਤ ਸਾਹਿਬ ਦੇਖੋ ਦੁਨੀਆ ਜਿਹੜੀ ਆ ਉਹ ਬਹੁਤ ਕੰਪੈਕਟ ਹੁੰਦੀ ਜਾ ਰਹੀ ਹੈ ਔਰ ਉਹ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਇੱਕ ਦੂਜੇ ਤੇ ਡਿਪੈਂਡੈਂਸ ਉਹਨਾਂ ਦੀ ਵਧੀ ਜਾ ਰਹੀ ਹੈ ਵਧਣੀ ਵੀ ਚਾਹੀਦੀ ਆ ਕਿਉਂਕਿ ਇਹ ਜਿਹੜਾ ਜਿਵੇਂ ਜਿਵੇਂ ਸਾਡੇ ਟਰਾਂਸਪੋਰਟ ਦੇ ਸਾਡੇ ਕਮਿਊਨੀਕੇਸ਼ਨ ਦੇ ਸਾਧਨ ਵੱਧ ਰਹੇ ਆ ਇਹਦੇ ਵਿੱਚ ਹੋਣਾ ਚਾਹੀਦਾ। ਲੇਕਿਨ ਇਹਦੇ ਵਿੱਚ ਜਿਹੜੀ ਹੈ ਨਾ ਬੈਟਰਮੈਂਟ ਹੋਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਦੇਖੋ ਜਿੱਥੋਂ ਤੱਕ ਸਾਡਾ ਇਹ ਜਿਹਨੂੰ ਅਸੀਂ ਸਿਲਕ ਕੋਰੀਡੋਰ ਕਹਿ ਦਿੰਦੇ ਜਾਂ ਉਹ ਤੇ ਉਧਰਲੇ ਪਾਸੇ ਵਾਲਾ ਲੇਕਿਨ ਸਾਡਾ ਜਿਹੜਾ ਕੋਰੀਡੋਰ ਆ ਇਧਰੋਂ ਜਿਹੜਾ ਕਿ ਹਿੰਦੁਸਤਾਨ ਤੋਂ ਸਿੱਧਾ ਪਾਕਿਸਤਾਨ ਤੋਂ ਅਫਗਾਨਿਸਤਾਨ ਈਰਾਨ ਔਰ ਦੈਨ ਅੱਗੇ ਯੂਰਪ ਵੱਲ ਨੂੰ ਉਹ ਸਾਡਾ ਇਹ ਜਿਹੜਾ ਲੈਂਡ ਰੂਟ ਆ ਇਹਦੇ ਵਿੱਚ ਸਾਨੂੰ ਨਾ ਇਹ ਅਗਰ ਅਸੀਂ ਇਸ ਏਰੀਏ ਦੀ ਇਕਨੋਮਿਕ ਡਿਵੈਲਪਮੈਂਟ ਇਨ ਕਲੋਸਲ ਜਾਂ ਇਨ ਓਵਰਆਲ ਕਰਨੀ ਹੈ ਤਾਂ ਇਹ ਜ਼ਰੂਰੀ ਆ ਕਿ ਇਹ ਜਿਹੜਾ ਰੂਟ ਜਿਹੜਾ ਉਹ ਖੁੱਲੇ। ਪੰਜਾਬ ਦੀ ਇਕਨੋਮੀ ਖਾਸ ਕਰਕੇ ਬੂਸਟ ਹੋਏਗੀ ਪੰਜਾਬ ਹਰਿਆਣਾ ਔਰ ਇਹਨਾਂ ਦੀ ਕਿਉਂਕਿ ਸਾਡੇ ਨਾਲ ਕੋਈ ਸੀ ਜਿਹੜਾ ਉਹ ਜਾਂ ਓਸ਼ਨ ਕੋਈ ਟਰਾਂਸਪੋਰਟ ਤਾਂ ਲੱਗਦੀ ਨਹੀਂ ਔਰ ਇਹ ਜਿਹੜਾ ਏਰੀਆ ਜਿਹੜੀਆਂ ਉੱਥੇ ਜਿੱਦਾਂ ਮਿਲਦੀਆਂ ਸਾਨੂੰ ਸਸਤੀਆਂ ਉਦੋਂ ਅਸੀਂ ਬੜੇ ਲੰਮੇ ਉੱਪਰ ਦੀ ਸਮੁੰਦਰ ਦੇ ਹੋਰ ਰੂਟ ਦਾਣੀ ਦੀ ਲੈ ਕੇ ਆ ਰਹੇ ਹਾਂ ਜਿਹਦੇ 'ਚ ਸਾਨੂੰ ਬਹੁਤ ਮਹਿੰਗੀਆਂ ਪੈ ਰਹੀਆਂ ਔਰ ਉਹ ਜਿਹੜਾ ਖੁੱਲਣਾ ਚਾਹੀਦਾ। ਲੇਕਿਨ ਉਹਦੇ ਵਾਸਤੇ ਕੀ ਹੈ ਕਿ ਫਰਾਖਦਿਲੀ ਗਵਰਨਮੈਂਟ ਨੂੰ ਦਿਖਾਣੀ ਪੈਣੀ ਹੈ। ਸਾਨੂੰ ਇਹ ਪਤਾ ਕਿ ਪਾਕਿਸਤਾਨ ਜਿਹੜਾ ਹੈ ਉਹ ਇਸ ਵੇਲੇ ਬੜਾ ਹੀ ਕਹਿ ਦਿੰਦੇ ਆ ਕਿ ਉਹ ਟੈਰਰਿਸਟ ਅਫੈਕਟਡ ਆ ਜਾਂ ਉੱਥੇ ਜਿਹੜਾ ਨਾ ਉਹ ਕੋਈ ਉਹਨਾਂ ਦਾ ਜਿਹੜਾ ਪੋਲੀਟੀਕਲ ਸਿਚੁਏਸ਼ਨ ਆ ਉਹ ਇੰਨੀ ਜਿਹੜੀ ਸਟੇਬਲ ਨਹੀਂ ਹੈ ਇਨਸਟੇਬਲ ਜੀ ਹੈ। ਲੇਕਿਨ ਫਿਰ ਵੀ
ਵਪਾਰਕ ਪੱਧਰ ਤੇ ਸਾਨੂੰ ਇਹਦੇ ਵਾਸਤੇ ਅੱਗੇ ਨਿਕਲਣਾ ਚਾਹੀਦਾ। ਉਹਦੇ ਵਾਸਤੇ ਰਿਲੇਸ਼ਨ ਹੋਣੇ ਬੈਟਰ ਜਿਹੜੇ ਆ ਉਹ ਬਹੁਤ ਜ਼ਰੂਰੀ ਆ। ਪਰ ਜਿੱਥੋਂ ਤੱਕ ਮੈਂ ਕਹਾਂ ਇੱਥੇ ਜਿੱਥੇ ਮੈਂ ਇੱਕ ਗੱਲ ਧਿਆਨ ਆ ਕਿ ਮੋਦੀ ਸਾਹਿਬ ਜਿਹੜੇ ਆ ਨਾ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ, ਉਹਨਾਂ ਦੇ ਅੰਦਰ ਜਿਹੜੀ ਇੱਕ ਕਿਸਮ ਦੀ ਜਿਹੜੀ ਉਹਨਾਂ ਦੀ ਰਾਜਨੀਤੀ ਆ ਉਹ ਬੜੀ ਨਾ ਬਿਲਕੁਲ ਇਨਡਿਫਰੈਂਟ ਟਾਈਪ ਦੀ ਰਾਜਨੀਤੀ ਆ, ਬੜੇ ਰਿਜਿਡ ਨੇ ਉਹ। ਜਿਨ੍ਹਾਂ ਨੇ ਜਿਵੇਂ NRC ਲਿਆਂਦਾ ਔਰ CAA ਲਿਆਂਦਾ ਔਰ ਉਹਦੇ ਉੱਤੇ ਚਾਹੇ ਉਹ ਕਿਤੇ ਫਾਇਦਾ ਹੋਇਆ ਨੁਕਸਾਨ ਹੋਇਆ ਕੁਛ ਵੀ ਹੈ ਉਹਨੂੰ ਕੱਲ ਪਾਸੇ ਕਰੋ। ਉਸ ਤੋਂ ਬਾਅਦ 370 ਜਿਹੜਾ ਯਕਦਮ ਤੋੜ ਦੇਣਾ ਔਰ ਉਹਦੇ ਨਾਲ ਉੱਥੇ ਅੱਜ ਤੱਕ ਵੀ ਉਹ ਜਿਹੜੇ ਲੋਕ ਆ ਉਹ ਬੜੇ ਐਜੀਟੇਸ਼ਨਲ ਮੂਡ ਚ ਚਾਹੇ ਅੰਦਰ ਬੈਠੇ ਭਰੇ ਪੀਤੇ ਬੈਠੇ ਆ। ਸਿਮਿਲਰਲੀ ਅਸੀਂ ਆਪਣੇ ਹੋਰ ਜਿਹੜੇ ਨੇਬਰਰ ਆ ਉਹਨਾਂ ਦੇ ਨਾਲ ਵੀ ਅਸੀਂ ਕੋਰਡੀਅਲਿਟੀ ਨਹੀਂ ਬਣਾਈ ਤੇ ਸਾਡਾ ਸੈਲਫ ਇਮੇਜ ਦੀ ਇੰਪਰੂਵਮੈਂਟ ਵੱਲ ਨੂੰ ਅਸੀਂ ਤੁਰੇ ਹਾਂ ਕਿ ਮੈਂ ਬਹੁਤ ਵੱਡਾ ਸਖਤ ਔਰ ਬਹੁਤ ਵੱਡਾ ਨੇਤਾ ਹੈ। ਇਹਦੇ ਵਾਸਤੇ ਮੇਰੀ ਤਾਂ ਇਹ ਰਾਏ ਹੈ ਜਿਹੜੀ ਮੈਂ ਆਪ ਸਮਝਦਾ ਕਿ ਇੱਕ ਜਿਹੜਾ ਇਸ ਤਰ੍ਹਾਂ ਦਾ ਦੇਸ਼ ਦਾ ਸਰਬਰਾਹ ਹੁੰਦਾ ਹੈ ਉਹਨੂੰ ਥੋੜਾ ਜਿਹਾ ਇਸ ਆਪਣਾ ਜਿਹੜਾ ਨਾ ਉਹ ਇਹੋ ਜਿਹੀ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਆ ਉਹਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਔਰ ਉਹਦੇ ਵਿੱਚ ਮੂਹਰੇ ਆ ਕੇ ਜਿੱਥੇ ਇਕਨੋਮਿਕ ਮਫਾਦ ਹੁੰਦੇ ਆ, ਜਿੱਥੇ ਸਟ੍ਰੈਟੇਜਿਕ ਬਾਰਡਰ ਤੇ ਹੁੰਦੇ ਆ, ਉਹਦੇ ਵਿੱਚ ਜਿਹੜਾ ਨਾ ਜਿਹੜੀ ਪਹਿਲ ਕਦਮੀ ਕਰਨ ਦੇ ਵਿੱਚ ਕੋਈ ਗਰੇਜ਼ ਨਹੀਂ ਕਰਨਾ ਚਾਹੀਦਾ। ਇੱਕ ਲਾਸਟ ਸਵਾਲ, ਹੁਣ ਤੱਕ ਜਿਵੇਂ ਤੁਹਾਨੂੰ ਦੱਸਿਆ ਮੈਂਬਰਾਂ ਨੇ ਮੈਨੂੰ ਦੱਸਿਆ ਇੰਡੀਕੇਸ਼ਨ ਆਈ ਮਤਲਬ ਗਵਰਨਮੈਂਟ ਟਿਲ ਡੇਟ ਆਪਣੇ ਸਟੈਂਡ ਤੇ ਬੜੀ ਰਿਜਿਡ ਹੈਗੀ ਆ, ਗਾਂ ਵੀ ਮੇਰੇ ਖਿਆਲ ਰਿਜਿਡ ਰਹਿਣ ਦੀ ਸੰਭਾਵਨਾ ਹੈਗੀ ਆ ਜਿਵੇਂ ਤੁਸੀਂ ਆਪਣਾ ਖਦਸ਼ਾ ਜ਼ਾਹਰ ਕੀਤਾ ਹੈਗਾ। ਲੇਕਿਨ ਇਹ ਮਸਲਾ ਤਾਂ ਅਲਟੀਮੇਟਲੀ ਜੇ ਜਲਦੀ ਨਾ ਸੋਲਵ ਹੋਇਆ ਤੇ ਇਹ ਹੋਰ ਕੋਈ ਡਿਮੈਂਸ਼ਨ ਵੱਲ ਜਾ ਸਕਦਾ ਹੈਗਾ। ਇਸ ਲਈ ਤੁਸੀਂ ਕਿਸਾਨਾਂ ਨੂੰ ਵੀ ਸਰਕਾਰ ਨੂੰ ਵੀ ਇੱਕ ਸੁਝਾਅ ਜ਼ਰੂਰ ਦਿਓ ਵੀ ਥੋੜਾ ਜਿਹਾ ਆਪਸ ਵਿੱਚ ਗਿਵ ਐਂਡ ਟੇਕ ਕਰਕੇ ਕੁਛ ਨਾ ਕੁਛ ਇਦਾਂ ਦੀ ਕਰਕੇ ਇੱਕ ਇਹਦਾ ਕੰਸੈਂਸਸ ਜ਼ਰੂਰ ਲੱਭਿਆ ਜਾਵੇ ਜਲਦੀ ਤੋਂ ਜਲਦੀ। ਦੇਖੋ ਭਾਰਤ ਸਾਹਿਬ, ਮੇਰਾ ਇੱਥੇ ਇੱਕ ਮੈਂ ਤਾਂ ਅਪੀਲ ਕਰ ਸਕਦਾ ਆਪਣੇ ਵੀਰਾਂ ਨੂੰ, ਕਿਸਾਨ ਵੀਰਾਂ ਨੂੰ, ਕਿ ਅਸੀਂ ਹੁਣ ਐਸੀ ਸਟੇਜ ਤੇ ਪਹੁੰਚ ਗਏ ਆ ਕਿ ਕਣਕ ਝੋਨਾ ਜਿਹੜਾ ਉਹਦੇ ਤੇ ਕੱਲੀ ਸਾਡੀ ਡਿਪੈਂਡੈਂਸ ਜਿਹੜੀ ਆ ਜਿਹਨੂੰ ਅਸੀਂ ਆਪਣਾ ਬਣਾ ਕੇ ਬੈਠੇ ਸੀ ਕਿ ਸਾਡੇ ਵਾਸਤੇ ਇਹ ਇੱਕ ਕੰਫਰਟ ਜ਼ੋਨ ਹੈ ਕਿ ਉਹਦੇ ਵਿੱਚ ਸਾਨੂੰ ਛੋੜ ਜਿਹੜੇ ਪੈਸੇ ਮਿਲ ਜਾਂਦੇ ਸੀ। ਹੁਣ ਸਾਨੂੰ ਇਹ ਸੋਚਣ ਲਈ ਇਸ ਜਿਹੜੇ ਕਾਨੂੰਨਾਂ ਨੇ ਜਾਂ ਇਸ ਸਮੇਂ ਨੇ ਸਾਨੂੰ ਇੱਕ ਫੋਰਸ ਕਰ ਦਿੱਤਾ ਸਾਨੂੰ ਕਿ ਅਸੀਂ ਇੱਧਰ ਨੂੰ ਸੋਚੀਏ ਕਿ ਸਾਨੂੰ ਆਪਣੀ ਕ੍ਰੌਪ ਦੀ ਡਾਈਵਰਸਿਫਿਕੇਸ਼ਨ ਕਰਨੀ ਪੈਗੀ, ਜਿਹਦੇ ਵਾਸਤੇ ਸਰਕਾਰਾਂ ਜਿਹੜੀਆਂ ਥੋੜਾ ਜਿਹਾ ਅੱਗੇ ਆਣ ਕਿ ਉਹ ਲੈਂਡ ਮੈਪਿੰਗ ਕਰਾਉਣ, ਕ੍ਰੌਪ ਮੈਪਿੰਗ ਕਰਾਉਣ ਉਹਦੀ, ਔਰ ਜਿਹੜੀ ਫਸਲ ਦੀ ਸਾਨੂੰ ਲੋੜ ਹੈ ਉਹਦਾ ਬਕਾਇਦਾ ਕਿਸਾਨਾਂ ਨੂੰ ਸਾਲ ਡੇਢ ਸਾਲ ਪਹਿਲੇ, ਜਿਹੜਾ ਸਾਲ ਪਹਿਲੇ ਬੀਜਣ ਤੋਂ ਪਹਿਲੇ ਉਹਨਾਂ ਨੂੰ ਉਸ ਪਰਪਸ ਉਸ ਵਾਸਤੇ ਤਿਆਰ ਕਰਾਇਆ ਜਾਵੇ ਔਰ ਉਹਨਾਂ ਦੀਆਂ ਜਿਹੜੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਅਸ਼ੋਰਡ ਮਾਰਕੀਟਿੰਗ ਦਾ ਜਿਹੜਾ ਨਾ ਉਹ ਜਿਹੜਾ ਉਹਨਾਂ ਦਾ ਖਦਸ਼ਾ ਹੈ ਕਿ ਉਹਨਾਂ ਦੀ ਜੋ ਸਪੋਰਟ ਪ੍ਰਾਈਸ ਆ ਮਿਨੀਮਮ ਉਹਨੂੰ ਕਿਸੇ ਫਾਰਮੂਲੇ ਪ੍ਰੋਪਰ ਫਾਰਮੂਲਾ ਤੇ ਸਵਾਮੀਨਾਥਨ ਨੇ ਬੜਾ ਗਜ਼ਬ ਦਾ ਫਾਰਮੂਲਾ ਦਿੱਤਾ ਹੈ C2 ਫਾਰਮੂਲਾ, ਅਗਰ ਉਸ ਫਾਰਮੂਲੇ ਦੇ ਉੱਪਰ ਉਹ ਸ਼ੋਅ ਕਰ ਦਿੱਤਾ ਜਾਵੇ ਤੇ ਫਾਰਮਰ ਵੀ ਥੋੜੇ ਜਿਹਾ ਫਲੈਕਸੀਬਲ ਹੋਣ ਲਈ ਤਿਆਰ ਹੋ ਜਾਣਗੇ। ਮੈਨੂੰ ਪੱਕਾ ਯਕੀਨ ਹੈ ਕਿ ਫਾਰਮਰ ਇਸ ਗੱਲ ਤੇ ਮੰਨ ਜਾਣਗੇ। ਲੇਕਿਨ ਗਵਰਨਮੈਂਟ ਨੂੰ ਇਹਦੇ ਵਾਸਤੇ ਇਹ ਕਾਨੂੰਨ ਇੱਕ ਪਰਾਲੀ ਸੜ ਰਹੀ ਹੈ ਤੇ ਠੀਕ ਹੈ ਪੋਲੂਸ਼ਨ ਹੈ ਤੇ ਹੋਰ ਹੈ ਤੇ ਇੱਕਦਮ ਉਹਨਾਂ ਤੇ 1 ਕਰੋੜ ਦਾ ਜੁਰਮਾਨਾ 6 ਮਹੀਨੇ ਦੀ ਕੈਦ ਇਹੋ ਜਿਹੀਆਂ ਗੱਲਾਂ ਕਰ ਲੈਣੀਆਂ, ਇਹਦੇ ਨਾਲ ਇਹ ਇੱਕ ਇਰੀਟੈਂਟ ਜਿਹੜੇ ਆ ਹੋਰ ਜਿਹੜੇ ਆ ਨਾ ਵਧਦੇ ਆ। ਇਹਦੇ ਨਾਲ ਸੈਂਟਰ ਗਵਰਨਮੈਂਟ ਨੂੰ ਇਹ ਜਿਹੜੇ ਬੈਠ ਬਿਠਾ ਕੇ ਇਹ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਕੋਈ ਆਲਟਰਨੇਟਿਵ ਜਿਹੜੇ ਆ ਉਹ ਦੇ ਦਿਓ ਤੇ ਫਾਰਮਰ ਜਿਹੜਾ ਉਹ ਇੰਨਾ ਮੂਰਖ ਨਹੀਂ ਹੈ ਕਿ ਉਹ ਗਵਰਨਮੈਂਟ ਦਾ ਗੱਲ ਨਹੀਂ ਮੰਨੇਗਾ, ਉਹ ਐਜੀਟੇਸ਼ਨ ਅਪਰੋਚ ਨੂੰ ਨਹੀਂ ਚਾਹੁੰਦਾ, ਉਹ ਵੀ ਤੇ ਆਪਣੀ ਫਸਲ ਉਗਾ ਕੇ ਉਹਨੇ ਬੱਚੇ ਪਾਲਣੇ ਆ। ਸੋ ਸੈਂਟਰ ਗਵਰਨਮੈਂਟ ਜਿਹੜੀ ਆ ਉਹਨੂੰ ਅੱਗੇ ਆ ਕੇ ਇਸ ਐਜੀਟੇਸ਼ਨ ਦੇ ਵਿੱਚ ਤੁਰੰਤ ਡਾਇਲੋਗ ਜਿਹੜਾ ਓਪਨ ਕਰਨਾ ਚਾਹੀਦਾ ਹੈ। ਔਰ ਮੈਂ ਕਹਾਂਗਾ ਕਿ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਆਪਣੇ ਜਿਹੜੇ ਨਾਲ ਪ੍ਰਮੁੱਖ ਲੀਡਰ ਆ ਸਟੇਟ ਦੇ ਉਹਨਾਂ ਨੂੰ ਲੈ ਕੇ ਸੈਂਟਰ ਗਵਰਨਮੈਂਟ ਦੇ ਨਾਲ ਬੈਠ ਕੇ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਨਾਲ ਲਿਜਾ ਕੇ ਸਾਰੇ ਦੇ ਸਾਰੇ
ਔਰ ਉੱਥੇ ਫੋਰਸਫੁਲੀ ਗੱਲ ਕਰਨੀ ਚਾਹੀਦੀ ਆ ਕਿ ਇਸ ਕਿਹੜੀ ਚੀਜ਼ ਦਾ ਹੱਲ ਨਹੀਂ ਨਿਕਲਦਾ। ਜੇ ਸਾਡੀ ਮਨਸ਼ਾ ਹੋਵੇ, ਸਾਡੇ ਦਿਲ ਦੇ ਵਿੱਚ ਹੋਵੇ ਕਿ ਅਸੀਂ ਇਹ ਚੀਜ਼ ਨੂੰ ਹੱਲ ਕਰਨਾ, ਤੇ ਮੈਂ ਨਹੀਂ ਸਮਝਦਾ ਕਿ ਇਹ ਜਿਹੜਾ ਨਾ ਇਹਨੂੰ ਹੱਲ ਨਹੀਂ ਕੀਤਾ ਜਾ ਸਕਦਾ। ਲੇਕਿਨ ਐਵੇਂ ਇਸ ਗੱਲ ਨੂੰ ਵਧਾਉਣਾ ਜਿਹੜਾ ਇਟ ਵਿਲ ਲੀਡ ਟੂ ਡਿਸਟਰਸਟ ਐਂਡ ਟਰਮੋਇਲ, ਔਰ ਉਹਦੇ ਨਾਲ ਸਾਡਾ ਜਿਹੜਾ ਨਾ ਇਕਨੋਮਿਕ ਜਿਹੜੀ ਸਿਚੁਏਸ਼ਨ ਆ ਜਿਹੜੀ ਬੈਡ ਟੂ ਵਰਸ ਹੋ ਗਈ ਆ ਮੁਲਕ ਦੀ, ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਆ ਅਸੀਂ ਇਹਨੂੰ ਬਰਬਾਦ ਵੀ ਕਰ ਲਾਂਗੇ ਤੇ ਹਿੰਦੁਸਤਾਨ ਦਾ ਅਸੀਂ ਪਾਰਟ ਨਹੀਂ ਹੈ। ਉਹ ਕਿਸ ਤਰ੍ਹਾਂ ਅਸੀਂ ਚੱਲਾਂਗੇ? ਔਰ ਅਸੀਂ ਫਿਰ ਇੱਕ ਵਾਰੀ ਜਦੋਂ ਇਕਨੋਮਿਕ ਜਿਹੜੀ ਟ੍ਰੈਜੈਕਟਰੀ ਥੱਲੇ ਆ ਜਾਂਦੀ ਆ, ਉਸ ਨੂੰ ਯੂ ਟਰਨ ਦੇਣਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਔਰ ਬੜੇ ਸਾਲਾਂ ਵਿੱਚ ਲੋਕਾਂ ਨੇ ਇਹ ਮਿਹਨਤ ਕਰਕੇ ਇੱਥੇ ਆਏ ਆ, ਔਰ ਇਸ ਨੂੰ ਜਿਹੜਾ ਨਾ ਹੁਣ ਇਹਦੇ ਵਿੱਚ ਦੋਨੋਂ ਤਰ੍ਹਾਂ ਨੂੰ ਬੈਠ ਕੇ ਬੜੀ ਸੰਜੀਦਗੀ ਦੇ ਨਾਲ, ਬੜੇ ਸੁਹਿਰਦਤਾ ਦੇ ਨਾਲ ਇਸ ਗੱਲ ਨੂੰ ਜਿਹੜਾ ਨਾ ਇਹ ਸੋਚਣਾ ਚਾਹੀਦਾ, ਔਰ ਇਹਦਾ ਹੱਲ ਜਿਹੜਾ ਨਾ ਉਹ ਤੁਰੰਤ ਕੱਢਣਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਨਿਰਮਲਜੀਤ ਸਿੰਘ ਕਤਰਤ ਜੀ, ਬਹੁਤ ਤੁਸੀਂ ਖੁੱਲ੍ਹ ਕੇ ਗੱਲਾਂ ਕੀਤੀਆਂ ਹਰ ਵਿਸ਼ਿਆਂ ਤੇ। ਅੱਜ ਕੱਲ੍ਹ ਕਿਸਾਨ ਵੀ ਸਿਆਣੇ ਹੈਗੇ ਆ, ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਣਗੇ। ਸਰਕਾਰਾਂ ਨੂੰ ਵੀ ਅਪੀਲ ਹੈਗੀ ਇਹਦੇ ਤੇ ਪਹਿਲ ਕਦਮੀ ਕਰਕੇ ਇਹਦੇ ਜਲਦੀ ਤੋਂ ਜਲਦੀ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਧੰਨਵਾਦ।